Good morning, student. Now, today I am going to explain the methods of external sources of recruitment. Where, first of all, I want to explain what do you mean by external recruitment. External recruitment, when the candidates from the outside the organization are invited in the organization to fill the vacant job position that are called external recruitment. In this video, I want to explain the common method of external recruitment. Now, let us start with first method of recruitment, that is a direct recruitment. Sometimes the organization pastes notice at the gate of their office or factory or workshop stating the vacant job position. ਕਈ ਵਾਰ ਆਰਗੇਨਾਈਜੇਸ਼ਨਸ ਕੀ ਕਰਦੀਆਂ ਨੇ ਬੇਟੇ, ਜਦੋਂ ਉਹਨਾਂ ਨੂੰ ਕਿਸੇ ਇੰਪਲੋਈ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਪਹਿਲਾਂ ਹੀ ਜਿਹੜਾ ਨੋਟਿਸ ਆ ਉਹਨੂੰ ਪੇਸਟ ਕਰ ਦਿੰਦੀਆਂ ਐਟ ਦ ਗੇਟ ਆਫ ਦਾ ਆਰਗੇਨਾਈਜੇਸ਼ਨ। ਓਕੇ, ਅਤੇ ਇੰਟਰਸਟਿਡ ਪੀਪਲ ਜਿਹੜੇ ਹੁੰਦੇ ਨੇ ਉਹ ਨੋਟਿਸ ਨੂੰ ਪੜ੍ਹ ਕੇ ਇੰਟਰਵਿਊ ਵਾਸਤੇ ਆਰਗੇਨਾਈਜੇਸ਼ਨ ਦੇ ਵਿੱਚ ਆ ਜਾਂਦੇ ਨੇ। ਦੈਨ ਇਹ ਮੈਥਡ ਉੱਥੇ ਹੀ ਸੂਟੇਬਲ ਹੁੰਦਾ ਹੈ ਬੱਚੇ ਜਿੱਥੇ ਕਿ ਅਨਸਕਿਲਡ ਪੀਪਲਸ ਜਿਹੜੇ ਆ ਹੁੰਦੇ ਨੇ ਜੋਬ ਪੋਜੀਸ਼ਨ ਵਾਸਤੇ ਸਾਨੂੰ ਚਾਹੀਦੇ ਹੁੰਦੇ, ਜ਼ਿਆਦਾ ਸਕਿਲਡ ਪੀਪਲ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀ। ਫਾਰ ਐਗਜ਼ਾਮਪਲ ਸਵੀਪਰਸ ਐਂਡ ਪੀਅਨ ਐਕਸੈਟਰਾ। And second method of external recruitment, that is a casual collar. Casual collar, generally the large organization maintain an application file in which they keep all the pending application which the job seeker leave with the reception. ਜਿਹੜੀਆਂ ਲਾਰਜ ਆਰਗੇਨਾਈਜੇਸ਼ਨ ਹੁੰਦੀਆਂ ਨੇ ਨਾ ਬੇਟੇ, ਉਹ ਬਹੁਤ ਸਾਰੀਆਂ ਪੈਂਡਿੰਗ ਐਪਲੀਕੇਸ਼ਨ ਆਪਣੇ ਕੋਲ ਰੱਖਦੀਆਂ ਜਿਹੜੀਆਂ ਜੋਬ ਸੀਕਰ ਜਿਸ ਟਾਈਮ 'ਤੇ ਜੋਬ ਲੱਭਦੇ ਪਏ ਹੁੰਦੇ ਨੇ ਅਤੇ ਉਹ ਰਿਸੈਪਸ਼ਨ 'ਤੇ ਦੇ ਕੇ ਜਾਂਦੇ ਨੇ। ਓਕੇ, ਜਾਂ ਆਰਗੇਨਾਈਜੇਸ਼ਨ ਕੀ ਕਰਦੀਆਂ ਨੇ, ਜਦੋਂ ਲਾਸਟ ਟਾਈਮ ਸਿਲੈਕਸ਼ਨ ਪ੍ਰੋਸੈਸ ਦੇ ਵਿੱਚੋਂ ਜਿਨ੍ਹਾਂ ਨੂੰ ਉਹਨਾਂ ਨੇ ਸੂਟੇਬਲ ਕੈਂਡੀਡੇਟ ਜਿਹੜੇ ਚੂਜ਼ ਕੀਤੇ ਉਹਨਾਂ ਨੂੰ ਆਰਗੇਨਾਈਜੇਸ਼ਨ ਵਿੱਚ ਸਿਲੈਕਟ ਕਰ ਲੈਂਦੇ ਆ, ਬਟ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਕੋਈ ਲੱਗਦਾ ਹੈ ਨਾ ਕਿ ਇਹ ਪੀਪਲਸ ਵੀ ਸੂਟੇਬਲ ਹੋ ਸਕਦੇ ਹਨ, ਅਤੇ ਉਹਨਾਂ ਦੇ ਵੀ ਜਿਹੜੇ ਰਿਜ਼ਿਊਮ ਹੈਗੇ ਆ ਉਹਨਾਂ ਨੂੰ ਵੇਟਿੰਗ ਲਿਸਟ ਦੇ ਵਿੱਚ ਰੱਖ ਲੈਂਦੇ ਨੇ। ਓਕੇ, ਅਤੇ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਆ, ਵੈਨ ਐਵਰ ਦੇਅਰ ਆਰ ਨੀਡ ਫॉर ਇੰਪਲੋਈ ਦੈਨ ਸੂਟੇਬਲ ਕੈਂਡੀਡੇਟ ਕਾਲ ਫਰੋਮ ਵੇਟਿੰਗ ਲਿਸਟ। ਜਦੋਂ ਆਰਗੇਨਾਈਜੇਸ਼ਨ ਨੂੰ ਜ਼ਰੂਰਤ ਹੁੰਦੀ ਆ ਫॉर ਦਾ ਇੰਪਲੋਈ, ਤਾਂ ਉਹ ਸੂਟੇਬਲ ਕੈਂਡੀਡੇਟ ਫਰੋਮ ਦਾ ਵੇਟਿੰਗ ਲਿਸਟ ਉਹਦੇ ਵਿੱਚੋਂ ਚੂਜ਼ ਕਰਕੇ ਉਹਨਾਂ ਨੂੰ ਜੋਬ ਪੋਜੀਸ਼ਨ ਵਾਸਤੇ ਰੱਖ ਲੈਂਦੇ ਨੇ। Now next, there is a advertisement. Advertisement is the most common and popular method for external recruitment. ਜਿਹਦੇ ਵਿੱਚ ਬੱਚੇ ਅਸੀਂ ਹਰ ਇੱਕ ਐਡਵਰਟੀਜ਼ਮੈਂਟ ਦੇ ਵਿੱਚ, ਹਰ ਇੱਕ ਨਿਊਜ਼ਪੇਪਰ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਕਿਸ ਜੋਬ ਪੋਜੀਸ਼ਨ 'ਤੇ ਸਾਨੂੰ ਪੀਪਲ ਜਿਹੜੇ ਆ ਉਹ ਰਿਕੁਆਇਰਡ ਨੇ, ਔਰ ਅਸੀਂ ਰਿਕੁਆਇਰਡ ਪੀਪਲ ਵਾਸਤੇ ਹੀ ਨਿਊਜ਼ਪੇਪਰ ਦੇ ਵਿੱਚ ਐਡਵਰਟੀਜ਼ਮੈਂਟ ਜਿਹੜੀ ਆ ਅਕੋਰਡਿੰਗ ਟੂ ਦਾ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਦਿੰਦੇ ਹਾਂ। ਮੋਸਟ ਕਾਮਨ ਵੇ ਆਫ ਐਕਸਟਰਨਲ ਰਿਕਰੂਟਮੈਂਟ, that is the advertisement about the vacant job position, and organizations select the media of advertisement keeping in mind the requirement of job position. ਆਰਗੇਨਾਈਜੇਸ਼ਨ ਜਿਹੜੀ ਹੈ ਮੀਡੀਆ ਉਸ ਤਰੀਕੇ ਨਾਲ ਹੀ ਚੂਜ਼ ਕਰੇਗੀ ਜਿਸ ਵੇ ਦੇ ਨਾਲ ਸਾਨੂੰ ਜੋਬ ਪੋਜੀਸ਼ਨ ਦੇ ਉੱਪਰ ਰਿਕੁਆਇਰਮੈਂਟ ਹੈਗੀ ਆ, ਉਸ ਹੀ ਚੀਜ਼ ਦੀ ਐਡਵਰਟਾਈਜ਼ਮੈਂਟ, ਉਸ ਹੀ ਇੰਪਲੋਈ ਦੀ ਐਡਵਰਟਾਈਜ਼ਮੈਂਟ ਦਿੱਤੀ ਜਾਏਗੀ ਜਿਸ ਇੰਪਲੋਈ ਦੀ ਸਾਨੂੰ ਜ਼ਰੂਰਤ ਹੈਗੀ ਆ। ਫਾਰ ਐਗਜ਼ਾਮਪਲ ਬੇਟੇ, ਵੈਨ ਆਰਗੇਨਾਈਜੇਸ਼ਨ ਨੀਡ ਅ ਪ੍ਰੋਡਕਸ਼ਨ ਮੈਨੇਜਰ, ਤਾਂ ਉਹ ਸੇਲਸ ਮੈਨੇਜਰ ਵਾਸਤੇ ਜੋਬ ਐਡਵਰਟੀਜ਼ਮੈਂਟ ਨਹੀਂ ਦੇਗੀ, ਉਹ ਪ੍ਰੋਡਕਸ਼ਨ ਮੈਨੇਜਰ ਵਾਸਤੇ ਹੀ ਐਡਵਰਟੀਜ਼ਮੈਂਟ ਦੇਗੀ। ਓਕੇ, ਸੋ ਨੈਕਸਟ ਮੈਥਡ, that is the employment exchange. Employment exchange, the Government Employment Exchange Act as a middleman between the job seeker and the organization. ਗਵਰਨਮੈਂਟ ਇੰਪਲੋਇਮੈਂਟ ਐਕਸਚੇਂਜਿਸ ਹੁੰਦੀਆਂ ਜਿਹੜੀਆਂ ਬੱਚੇ, ਉਹ ਜੋਬ ਸੀਕਰ ਅਤੇ ਆਰਗੇਨਾਈਜੇਸ਼ਨ ਦੇ ਵਿੱਚ ਮਿਡਲਮੈਨ ਦਾ ਵਰਕ ਕਰਦੀਆਂ ਨੇ। ਜੋਬ ਸੀਕਰ ਲੀਵ ਦੇਅਰ ਬਾਇਓਡਾਟਾ ਵਿਦ ਦਾ ਇੰਪਲੋਇਮੈਂਟ ਐਕਸਚੇਂਜ, ਜਿਹੜੇ ਜੋਬ ਸੀਕਰ ਨੇ ਉਹ ਆਪਣਾ ਬਾਇਓਡਾਟਾ ਇੰਪਲੋਇਮੈਂਟ ਐਕਸਚੇਂਜ ਦੇ ਵਿੱਚ ਦੇ ਕੇ ਜਾਂਦੇ ਨੇ। ਦੈਨ ਆਰਗੇਨਾਈਜੇਸ਼ਨ ਅਪਰੋਚ ਟੂ ਇੰਪਲੋਇਮੈਂਟ ਐਕਸਚੇਂਜ ਵੈਨ ਦੇ ਨੀਡ ਦਾ ਸੂਟੇਬਲ ਕੈਂਡੀਡੇਟ, ਤਾਂ ਆਰਗੇਨਾਈਜੇਸ਼ਨ ਹਮੇਸ਼ਾ ਅਪਰੋਚ ਕਰਦੀ ਹੈ ਇੰਪਲੋਇਮੈਂਟ ਐਕਸਚੇਂਜ ਨੂੰ ਵੈਨ ਦੇ ਨੀਡ ਇੰਪਲੋਈ ਫॉर ਦੇਅਰ ਵੇਕੈਂਟ ਜੋਬਸ। ਓਕੇ, now next, that is a placement agencies and management consultant. ਇਹ ਵੀ ਬੇਟੇ ਇੱਕ ਪ੍ਰਾਈਵੇਟ ਐਂਟਰਪ੍ਰਾਈਜ਼ ਹੁੰਦੀ ਹੈ। ਪਲੇਸਮੈਂਟ ਏਜੰਸੀਜ਼ ਜਿਹੜੀਆਂ ਆ ਇਹ ਪ੍ਰਾਈਵੇਟ ਐਂਟਰਪ੍ਰਾਈਜ਼ਿਜ਼ ਹੁੰਦੀਆਂ ਆ। ਇਟ ਪ੍ਰੋਵਾਈਡ ਨੇਸ਼ਨ ਵਾਈਡ ਡਿਮਾਂਡ ਐਂਡ ਸਪਲਾਈ ਆਫ ਵਰਕਫੋਰਸ। ਇਹ ਟੋਟਲੀ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ, ਹਰ ਇੱਕ ਸਟੇਟ ਦੇ ਵਿੱਚ
ਕਿਸ ਆਰਗੇਨਾਈਜੇਸ਼ਨ ਨੂੰ ਕਿੰਨੀ ਵਰਕਫੋਰਸ ਦੀ ਡਿਮਾਂਡ ਹੈਗੀ ਆ, ਉਹਦੇ ਅਕੋਰਡਿੰਗ ਹੀ ਉਹ ਇੰਪਲੋਈਜ਼ ਜਿਹੜੇ ਉਹਨਾਂ ਨੂੰ ਸਪਲਾਈ ਕਰਦੇ ਨੇ। It invite the biodata of job seeker and send them to suitable client। ਉਹ ਕੀ ਕਰਦੇ ਨੇ, ਇਹਨਾਂ ਦਾ ਜ਼ਿਆਦਾ ਜਿਹੜਾ ਆਰਗੇਨਾਈਜੇਸ਼ਨ ਦੇ ਨਾਲ ਰਿਲੇਸ਼ਨ ਹੁੰਦਾ ਆ, ਉਹ ਜਦੋਂ ਵੀ ਜੋਬ ਸੀਕਰ ਦਾ ਬਾਇਓਡਾਟਾ ਉਹਨਾਂ ਕੋਲ ਆਉਂਦਾ ਆ ਤੇ ਉਸ ਹੀ ਕਲਾਇੰਟ ਨੂੰ ਪ੍ਰੋਵਾਈਡ ਕਰਵਾਉਂਦੇ ਆ ਜਿਹਨੂੰ ਉਸ ਜੋਬ ਪੋਜੀਸ਼ਨ ਦੀ, ਉਸ ਇੰਪਲੋਏ ਦੀ ਨਸੈਸਿਟੀ ਹੁੰਦੀ ਆ, ਓਕੇ, ਜਿਹਨੂੰ ਰਿਕੁਆਇਰਮੈਂਟ ਹੁੰਦੀ ਆ। ਅਗਰ ਇੱਕ ਪ੍ਰੋਡਕਸ਼ਨ ਮੈਨੇਜਰ ਆ, ਪ੍ਰੋਡਕਸ਼ਨ ਇੰਪਲੋਏ ਆ, ਉਹ ਆਪਣਾ ਬਾਇਓਡਾਟਾ ਜਿਹੜਾ ਪਲੇਸਮੈਂਟ ਏਜੰਸੀਜ਼ ਨੂੰ ਪ੍ਰੋਵਾਈਡ ਕਰਵਾਏਗਾ ਤਾਂ ਉਹ ਉਸ ਹੀ ਕਲਾਇੰਟ ਨੂੰ, ਉਸ ਹੀ ਆਰਗੇਨਾਈਜੇਸ਼ਨ ਨੂੰ ਉਹਦਾ ਬਾਇਓਡਾਟਾ ਸੈਂਡ ਕਰਨਗੇ ਜਿਨ੍ਹਾਂ ਨੂੰ ਪ੍ਰੋਡਕਸ਼ਨ ਮੈਨੇਜਰ ਦੀ ਜ਼ਰੂਰਤ ਹੋਏਗੀ, ਦੂਸਰਿਆਂ ਨੂੰ ਉਹ ਬਾਇਓਡਾਟਾ ਸੈਂਡ ਨਹੀਂ ਕਰਨਗੇ। ਨਾਓ ਨੈਕਸਟ ਮੈਥਡ ਦੈਟ ਇਜ਼ ਅ ਰਿਕਮੈਂਡਡ ਪ੍ਰੈਜ਼ੈਂਟ ਇੰਪਲੋਈ। ਦੇਖੋ ਬੱਚੇ, ਦੈਟ ਆਰ ਵੈਰੀ ਯੂਜ਼ਫੁਲ ਮੈਥਡ ਆਫ ਐਕਸਟਰਨਲ ਰਿਕਰੂਟਮੈਂਟ। ਇਹਦੇ ਵਿੱਚ ਆਰਗੇਨਾਈਜੇਸ਼ਨ ਕੀ ਕਰਦੀਆਂ ਨੇ, ਬਹੁਤ ਸਾਰੇ ਜਿਹੜੇ ਉਹਨਾਂ ਦੇ ਐਗਜ਼ਿਸਟਿੰਗ ਇੰਪਲੋਈ ਹੁੰਦੇ ਨੇ ਉਹਨਾਂ ਨੂੰ ਕਾਲ ਕਰਕੇ ਪਹਿਲਾਂ ਤਾਂ ਉਹਨਾਂ ਕੋਲੋਂ ਉਹਨਾਂ ਦੇ ਫਰੈਂਡਸ, ਉਹਨਾਂ ਦੇ ਰਿਲੇਟਿਵਸ, ਉਹਨਾਂ ਦੇ ਨੋਨ ਪੀਪਲ ਜਿਹੜੇ ਆ ਉਹਨਾਂ ਦੇ ਬਾਰੇ 'ਚ ਇਨਫੋਰਮੇਸ਼ਨ ਲੈਂਦੇ ਆ, ਸੋ ਦੈਟ ਉਹ ਆਪਣੀਆਂ ਵੇਕੈਂਟ ਜੋਬ ਪੋਜੀਸ਼ਨ ਜਿਹੜੀਆਂ ਉਹਨਾਂ ਦੇ ਨਾਲ ਹੀ ਫਿਲ ਕਰ ਸਕਣ। Many firm encourage their employee recommend the name of their relative, friends and other known people for vacant job position, and organization prefer those present employee who have a good reputation in organization। ਤੇ ਇਹ ਆਰਗੇਨਾਈਜੇਸ਼ਨ ਹਮੇਸ਼ਾ ਉਹਨਾਂ ਹੀ ਇੰਪਲੋਈਜ਼ ਨੂੰ ਪ੍ਰੈਫਰ ਕਰਦੀਆਂ ਨੇ ਜਿਨ੍ਹਾਂ ਦੀ ਇੱਕ ਵਧੀਆ ਗੁੱਡਵਿਲ ਬਣੀ ਹੁੰਦੀ ਹੈ ਆਰਗੇਨਾਈਜੇਸ਼ਨ ਦੇ ਵਿੱਚ, ਵਧੀਆ ਰੈਪੂਟੇਸ਼ਨ ਹੁੰਦੀ ਹੈ, ਸੋ ਦੈਟ ਕਿ ਉਹਨਾਂ ਦੇ ਨਾਲ ਆਉਣ ਵਾਲਾ ਇੰਪਲੋਈ ਜਿਹੜਾ ਆ ਉਸੇ ਤਰੀਕੇ ਨਾਲ ਹੀ ਵਰਕ ਕਰੇ। ਨੈਕਸਟ ਮੈਥਡ ਦੈਟ ਇਜ਼ ਅ ਕੈਂਪਸ ਪਲੇਸਮੈਂਟ। Sometimes manager of the organization visit various professional institution for search the fresh talent। ਕਈ ਵਾਰ ਜਿਹੜੇ ਮੈਨੇਜਰ ਨੇ ਉਹ ਕੀ ਕਰਦੇ ਨੇ ਕਿ ਆਰਗੇਨਾਈਜੇਸ਼ਨ ਦੇ ਵਿੱਚ ਬਹੁਤ ਸਾਰੇ ਪ੍ਰੋਫੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਜਿੱਥੇ MBBS ਕਰਵਾਉਂਦੇ ਪਏ ਹੋਣ, MBA ਕਰਦੇ ਪਏ ਹੋਣ ਬੱਚੇ, MCOM ਕਰਦੇ ਪਏ ਹੋਣ, ਓਕੇ, ਉੱਥੇ ਪੀਪਲਸ, ਉੱਥੇ ਮੈਨੇਜਰ ਜਿਹੜੇ ਆ ਇੰਟਰਵਿਊ ਕੰਡਕਟ ਕਰਦੇ ਨੇ ਸੋ ਦੈਟ ਉਹਨਾਂ ਕੋਲ ਡਿਊਰਿੰਗ ਦਾ ਸਟੱਡੀ ਜਿਹੜੇ ਫਰੈਸ਼ ਟੈਲੈਂਟ ਆ ਉਹਨਾਂ ਕੋਲ ਆ ਸਕਣ ਅਤੇ ਆਪਣਾ ਵਰਕ ਜਿਹੜਾ ਹੈ ਉਹਨਾਂ ਨੂੰ ਈਜ਼ੀਲੀ ਕਰ ਸਕਣ। ਕਿਉਂ? ਕਿਉਂਕਿ ਬੱਚੇ ਜਦੋਂ ਨਿਊ ਇੰਪਲੋਈ ਆਉਂਦਾ ਫਰੈਸ਼ਰ, ਉਹਨੂੰ ਮੋਡੀਫਾਈ ਕਰਨਾ ਅਕੋਰਡਿੰਗ ਟੂ ਦਾ ਆਰਗੇਨਾਈਜੇਸ਼ਨ ਈਜ਼ੀ ਹੁੰਦਾ ਆ। ਆਰਗੇਨਾਈਜੇਸ਼ਨ ਪ੍ਰੈਫਰ ਫਰੈਸ਼ ਇੰਪਲੋਈ ਬਿਕੋਜ਼ ਦੇ ਕੈਨ ਮੋਲਡ ਦੈਮ ਈਜ਼ੀਲੀ। ਉਹ ਫਰੈਸ਼ ਇੰਪਲੋਈਜ਼ ਨੂੰ ਇਸ ਕਰਕੇ ਲੱਭਦੇ ਨੇ ਸੋ ਦੈਟ ਉਹ ਉਹਨਾਂ ਨੂੰ ਅਕੋਰਡਿੰਗ ਟੂ ਦਾ ਆਰਗੇਨਾਈਜੇਸ਼ਨ ਰਿਕੁਆਇਰਮੈਂਟ, ਰੂਲ, ਰੈਗੂਲੇਸ਼ਨ ਉਹਨਾਂ ਨੂੰ ਚੇਂਜ ਕਰ ਸਕਣ। ਨੈਕਸਟ method that is the advertising on news television, that are also the common method। ਜਿਵੇਂ ਕਿ ਹਰ ਇੱਕ ਇੰਪਲੋਈ ਜਿਹੜਾ ਆ, ਹਰ ਇੱਕ ਪੀਪਲ ਜਿਹੜਾ ਇਨ ਦਾ ਕੰਟਰੀ ਉਹ ਟੈਲੀਵਿਜ਼ਨ ਨੂੰ ਯੂਜ਼ ਕਰਦਾ ਆ। ਸੋ ਕਈ ਵਾਰ ਸਮਟਾਈਮ ਮੈਨੇਜਰ ਟੈਲੀਕਾਸਟ ਦਾ ਰਿਕੁਆਇਰਮੈਂਟ ਆਫ ਦਾ ਜੋਬ ਅਲੋਂਗ ਵਿਦ ਦਾ ਕੁਆਲੀਫਿਕੇਸ਼ਨ ਨੈਸੈਸਿਟੀ ਟੂ ਅਪਲਾਈ। ਅਤੇ ਉਹ ਕੀ ਕਰਦੇ ਨੇ ਕਿ ਅਗਰ ਉਹਨਾਂ ਨੂੰ ਕਿਸੇ ਜੋਬ ਪੋਜੀਸ਼ਨ 'ਤੇ ਪਰਸਨ ਦੀ ਜ਼ਰੂਰਤ ਹੈਗੀ ਆ ਤਾਂ ਉਹ ਰਿਕੁਆਇਰਮੈਂਟ ਜਿਹੜੀ ਉਹਨੂੰ ਟੈਲੀਵਿਜ਼ਨ 'ਤੇ ਟੈਲੀਕਾਸਟ ਕਰ ਦਿੰਦੇ ਨੇ ਸੋ ਦੈਟ ਅਗਰ ਉਸ ਰਿਕੁਆਇਰਮੈਂਟ ਦੇ ਅਕੋਰਡਿੰਗ ਕੋਈ ਪੀਪਲ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਟੈਲੀਕਾਸਟ ਦੇਖਦਾ ਪਿਆ ਆ ਅਤੇ ਉਹ ਅਪਲਾਈ ਕਰ ਸਕੇ। ਸੋ ਨੈਕਸਟ ਦੈਟ ਇਜ਼ ਅ ਵੈਬ ਪਬਲਿਸ਼ਿੰਗ। ਬੇਟੇ ਨਾਓ ਵੀ ਨੋ ਦੈਟ ਕਿ ਇੰਟਰਨੈਟ ਜਿਹੜਾ ਹੈ ਬਹੁਤ ਯੂਜ਼ਫੁਲ ਹੈ ਇਨ ਦੀਸ ਡੇਜ਼। ਸੋ ਸੋਸ਼ਲ ਮੀਡੀਆ ਜਿਹੜਾ ਆ ਉਹ ਬਹੁਤ ਅਟਰੈਕਟ ਕਰਦਾ ਹੈ ਪੀਪਲ ਨੂੰ। So in internet there are certain websites specifically designed to provide information regarding job seeker and companies which have vacant job position। These websites can be visited by job seeker as well as companies। बहुत सारियां websites ਬਣੀਆਂ ਹੋਈਆਂ ਨੇ ਬੇਟੇ ਜਿਨ੍ਹਾਂ ਦੇ ਵਿੱਚ ਜੋਬ ਸੀਕਰ ਵੀ ਵਿਜ਼ਿਟ ਕਰਦੇ ਨੇ ਅਤੇ ਕੰਪਨੀਜ਼ ਵੀ ਵਿਜ਼ਿਟ ਕਰਦੇ ਨੇ। ਫਾਰ ਐਗਜ਼ਾਮਪਲ ਦੈਟ ਇਜ਼ ਅ naukri.com, monster.com। ਸੋ ਇਹਨਾਂ .com ਦੇ ਥਰੂ ਵੀ ਜਿਹੜੇ ਜੋਬ ਸੀਕਰ ਨੇ ਉਹ ਜੋਬ ਲੈ ਸਕਦੇ ਨੇ ਅਤੇ ਕੰਪਨੀਜ਼ ਜਿਹੜੀਆਂ ਉਹ ਫਰੈਸ਼ ਟੈਲੈਂਟ ਜਿਹੜੇ ਉਹਨਾਂ ਨੂੰ ਚੂਜ਼ ਕਰ ਸਕਦੇ ਨੇ। ਸੋ these are the topic that is a method of external recruitment। so if you have any query you can ask me, and thanks and have a nice day।